हेलो वेलकम यू ऑल इन माय चैनल कॉन्सेप्ट गुरु एके ਤੇ ਮੈਂ ਹਾਂ ਤੁਹਾਡਾ ਹੋਸਟ ਸ਼ਿਵਨੀ ਕੁਮਾਰ। ਪਿਆਰੇ ਵਿਦਿਆਰਥੀਓ +1 ਪੋਲੀਟੀਕਲ ਸਾਇੰਸ ਲਈ ਮੈਂ ਅੱਜ ਜਿਹੜਾ ਟੌਪਿਕ ਤੇ ਵੀਡੀਓ ਬਣਾਉਣ ਜਾ ਰਿਹਾ ਉਹ ਟੌਪਿਕ ਦਾ ਨਾਮ ਹੈ ਸਰਕਾਰ ਅਤੇ ਰਾਜ ਵਿੱਚ ਅੰਤਰ। ਸੋ ਇਹ ਟੌਪਿਕ ਜਿਹੜਾ +1 ਪੋਲੀਟੀਕਲ ਸਾਇੰਸ ਦਾ ਇਹ ਭਾਗ ਦਾ ਟੌਪਿਕ ਹੈ, बहुत इंपॉर्टेंट टॉपिक है। सो प्यारे विद्यार्थियों एंड तक इस वीडियो को जरूर देखो ताकि ਤੁਹਾਨੂੰ इस टॉपिक की क्लीयर अंडरस्टैंडिंग हो जाए। सब तो पहले ਆਪਾਂ ਗੱਲ ਕਰਾਂਗੇ ਸਰਕਾਰ ਦੀ। ਸਰਕਾਰ ਕੀ ਹੈ? ਸਰਕਾਰ ਰਾਜ ਦਾ ਉਹ ਅੰਗ ਹੈ ਜਿਹੜਾ ਸਰਕਾਰ ਦੇ ਬੇਸਿਕਲੀ ਤਿੰਨ ਅੰਗ ਨੇ, ਵਿਧਾਨ ਪਾਲਿਕਾ, ਕਾਰਜਪਾਲਿਕਾ ਤੇ ਨਿਆਂਪਾਲਿਕਾ। ਇਹਨਾਂ ਤਿੰਨਾਂ ਨੂੰ ਮਿਲਾ ਕੇ ਸਰਕਾਰ ਕਿਹਾ ਜਾਂਦਾ। ਵਿਧਾਨ ਪਾਲਿਕਾ ਕਾਨੂੰਨ ਬਣਾਉਂਦੀ ਹੈ, ਕਾਰਜਪਾਲਿਕਾ ਕਾਨੂੰਨਾਂ ਨੂੰ ਲਾਗੂ ਕਰਦੀ ਹੈ ਤੇ ਨਿਆਂਪਾਲਿਕਾ ਜਿਹੜੀ ਹੈ ਕਾਨੂੰਨਾਂ ਅਨੁਸਾਰ ਨਿਆਂ ਕਰਦੀ ਹੈ। ਸੋ ਕੋਈ ਵੀ ਕਾਨੂੰਨ, ਕੋਈ ਵੀ ਸਮਾਜ ਜਿਹੜਾ ਉਹਨੂੰ ਇੱਕ ਲੜੀ 'ਚ ਪਰੋਕ ਰੱਖਣਾ, ਬੰਨ ਕੇ ਰੱਖਣਾ ਤਾਂ ਕਿ ਜਨਤਾ ਦੀ ਭਲਾਈ ਲਈ ਕਾਨੂੰਨ ਬਣਾਏ ਜਾ ਸਕੇ, ਉਹਨਾਂ ਨੂੰ ਲਾਗੂ ਵੀ ਕਰਵਾਇਆ ਜਾ ਸਕੇ ਤੇ ਉਹਨਾਂ ਦੀ ਪਾਲਣਾ ਵੀ ਹੋ ਸਕੇ। ਇਹ ਜਿਹੜਾ ਕੰਮ ਸੰਸਥਾ ਕਰਾਉਂਦੀ ਹੈ ਉਹਨੂੰ ਆਪਾਂ ਸਰਕਾਰ ਕਹਿੰਦੇ ਆ। ਜਿਹੜੀ ਹਰ ਤਰ੍ਹਾਂ ਜਿਹੜਾ ਪ੍ਰਬੰਧ ਚਲਾਉਣ ਵਾਲੀ ਜਿਹੜੀ ਸੰਸਥਾ ਹੈ ਉਹੀ ਸਰਕਾਰ ਹੈ। ਰਾਜਾਂ ਦੇ ਵਿੱਚ ਵੱਡੀ ਪ੍ਰਬੰਧ ਹੁੰਦਾ, ਇਸ ਕਰਕੇ ਉਹਨੂੰ ਸਰਕਾਰ ਕਿਹਾ ਜਾਂਦਾ। ਸੋ ਬੇਸਿਕਲੀ ਉਹਦਾ ਕੰਮ ਕੀ ਹੁੰਦਾ? ਰਾਜ ਦਾ ਪ੍ਰਬੰਧ ਚਲਾਉਣਾ, ਇਸੇ ਕਰਕੇ ਉਹਨੂੰ ਸਰਕਾਰ ਕਿਹਾ ਜਾਂਦਾ। ਸੋ ਸਰਕਾਰ ਦੀਆਂ ਵੱਖ-ਵੱਖ ਵਿਦਵਾਨਾਂ ਨੇ ਆਪਣੇ ਸ਼ਬਦਾਂ 'ਚ ਵੱਖ-ਵੱਖ ਪਰਿਭਾਸ਼ਾਵਾਂ ਦਿੱਤੀਆਂ ਨੇ। ਡਾਕਟਰ ਗਾਰਨਰ ਦੀ ਪਰਿਭਾਸ਼ਾ ਜਿਹੜੀ ਹੈ ਉਹ ਸਰਵ ਪ੍ਰਮਾਣਿਤ ਮੰਨੀ ਜਾਂਦੀ ਹੈ, ਜਿਹਦੇ 'ਚ ਉਹਨਾਂ ਕਿਹਾ ਹੋਇਆ ਸਰਕਾਰ ਇੱਕ ਅਜਿਹੀ ਏਜੰਸੀ ਜਾਂ ਯੰਤਰ ਹੈ ਜਿਸ ਦੁਆਰਾ ਲੋਕਾਂ ਦੀ ਜਾਂ ਰਾਜ ਦੀ ਸਮੂਹਕ ਇੱਛਾ ਦਾ ਨਿਰਮਾਣ ਹੁੰਦਾ ਤੇ ਪ੍ਰਗਟਾਵਾ ਹੁੰਦਾ ਅਤੇ ਉਹ ਇੱਛਾ ਨੂੰ ਲਾਗੂ ਕੀਤਾ ਜਾਂਦਾ। ਸੋ ਡਾਕਟਰ ਗਾਰਨਰ ਅਨੁਸਾਰ ਲੋਕਾਂ ਦੀ ਇੱਛਾ ਅਨੁਸਾਰ ਜਿਹੜੇ ਕਾਨੂੰਨ ਬਣਾਏ ਜਾਂਦੇ ਨੇ ਉਹਨਾਂ ਦਾ ਪ੍ਰਗਟਾਵਾ ਵੀ ਹੁੰਦਾ ਤੇ ਉਹਨਾਂ ਨੂੰ ਲਾਗੂ ਵੀ ਕੀਤਾ ਜਾਂਦਾ ਤੇ ਉਸੇ ਤਰ੍ਹਾਂ ਜਿਹੜੇ ਕਾਨੂੰਨ ਨੇ ਬਣੇ ਹੋਏ ਕਾਨੂੰਨਾਂ ਨੂੰ ਲਾਗੂ ਕੀਤਾ ਜਾਂਦਾ। ਸੋ ਇਹ ਸਾਰਾ ਜਿਹੜਾ ਵਾ ਸਰਕਾਰ ਨਾਲ ਰਿਲੇਟਡ ਆ। ਬੇਸਿਕ ਗੱਲ ਕਿਹੜੀ ਹੈ? ਸਰਕਾਰ ਨਾਲ ਸੰਬੰਧਿਤ ਇੱਕ ਗੱਲ ਯਾਦ ਰੱਖਣ ਵਾਲੀ ਹੈ ਵੀ ਸਰਕਾਰ ਵਿਧਾਨ ਪਾਲਿਕਾ, ਕਾਰਜਪਾਲਿਕਾ ਤੇ ਨਿਆਂਪਾਲਿਕਾ ਤਿੰਨਾਂ ਨੂੰ ਮਿਲਾ ਕੇ ਆਪਾਂ ਸਰਕਾਰ ਕਹਿੰਦੇ ਹਾਂ। ਸੋ ਉਸ ਤੋਂ ਬਾਅਦ ਗੱਲ ਆ ਗਈ ਸਰਕਾਰ ਤੋਂ ਬਾਅਦ ਗੱਲ ਆ ਗਈ ਰਾਜ ਦੀ, ਕਿਉਂਕਿ ਆਪਾਂ ਇਸ ਚੈਪਟਰ 'ਚ ਸਰਕਾਰ ਤੇ ਰਾਜ ਦਾ ਅੰਤਰ ਪੜ੍ਹਨਾ। ਜਿਹੜਾ ਰਾਜ ਹੈ, ਰਾਜ ਇੱਕ ਅਜਿਹੀ ਸੰਸਥਾ ਹੈ ਜਿਹੜਾ ਇੱਕ ਸੰਗਠਿਤ ਸਮੂਹ ਹੁੰਦਾ ਵਾ ਤੇ ਰਾਜ ਦੇ 4 ਜ਼ਰੂਰੀ ਤੱਤ ਹੁੰਦੇ ਨੇ ਜਿਹਦੇ 'ਚੋਂ ਸਰਕਾਰ ਵੀ ਇੱਕ ਹੈ। ਜਨਸੰਖਿਆ, ਨਿਸ਼ਚਿਤ ਇਲਾਕਾ, ਸਰਕਾਰ ਤੇ ਪ੍ਰਭੂ ਸੱਤਾ। ਇਹਨਾਂ 4 ਜ਼ਰੂਰੀ ਤੱਤਾਂ, ਲਾਜ਼ਮੀ ਤੱਤਾਂ ਤੋਂ ਬਗੈਰ ਰਾਜ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ। ਸੋ ਇਹਨਾਂ ਤੱਤਾਂ ਨੂੰ ਮਿਲਾ ਕੇ ਰਾਜ ਬਣਦਾ। ਰਾਜ ਦੀ ਡੈਫੀਨੇਸ਼ਨ ਡਾਕਟਰ ਗਾਰਨਰ ਨੇ ਬਹੁਤ ਵਧੀਆ ਰਾਜ ਦੀ ਡੈਫੀਨੇਸ਼ਨ ਦਿੱਤੀ ਹੈ। ਆਓ ਆਪਾਂ ਇਹ ਡੈਫੀਨੇਸ਼ਨ ਪੜ੍ਹੀਏ। ਡਾਕਟਰ ਗਾਰਨਰ ਦੇ ਅਨੁਸਾਰ ਰਾਜਨੀਤੀ ਸ਼ਾਸਤਰ ਅਤੇ ਸਰਵਜਨਕ ਕਾਨੂੰਨ ਦੀ ਧਾਰਨਾ ਅਨੁਸਾਰ ਰਾਜ ਥੋੜੀ ਜਾਂ ਬਹੁਤੀ ਗਿਣਤੀ ਵਾਲੇ ਲੋਕਾਂ ਦਾ ਅਜਿਹਾ ਸਮੂਹ ਹੈ ਜਿਹੜਾ ਕਿਸੇ ਨਿਸ਼ਚਿਤ ਇਲਾਕੇ ਤੇ ਸਥਾਈ ਰੂਪ ਨਾਲ ਵਸਿਆ ਹੋਵੇ, ਜਿਹੜਾ ਬਾਹਰੀ ਕੰਟਰੋਲ ਤੋਂ ਪੂਰੀ ਤਰ੍ਹਾਂ ਜਾਂ ਲਗਭਗ ਸੁਤੰਤਰ ਹੋਵੇ ਅਤੇ ਜਿਸ ਦੀ ਇੱਕ ਸੰਗਠਿਤ ਸਰਕਾਰ ਹੋਵੇ ਅਤੇ ਜਿਸ ਦੇ ਹੁਕਮਾਂ ਨੂੰ ਵਧੇਰੇ ਲੋਕ ਸੁਭਾਵਿਕ ਰੂਪ ਨਾਲ ਮੰਨਦੇ ਹੋਣ। ਸੋ ਆਪਾਂ ਪੜ੍ਹਨਾ ਹੈ ਰਾਜ ਅਤੇ ਸਰਕਾਰ ਵਿੱਚ ਅੰਤਰ। ਸਭ ਤੋਂ ਪਹਿਲੇ ਰਾਜ ਤੇ ਸਰਕਾਰ ਵਿੱਚ ਵਿਚਕਾਰ ਜਿਹੜਾ ਅੰਤਰ ਹੈ, ਕਿਹੜਾ ਅੰਤਰ ਹੈ? ਪਹਿਲਾ ਹੈ ਸਰਕਾਰ ਰਾਜ ਦਾ ਇੱਕ ਤੱਤ ਹੈ। ਤੁਹਾਨੂੰ ਸਾਰਿਆਂ ਨੂੰ ਪਤਾ ਹੈ ਵੀ ਰਾਜ ਦੇ 4 ਜ਼ਰੂਰੀ ਤੱਤ ਨੇ: ਜਨਸੰਖਿਆ, ਨਿਸ਼ਚਿਤ ਇਲਾਕਾ, ਸਰਕਾਰ ਤੇ ਪ੍ਰਭੂ ਸੱਤਾ। ਸੋ ਜਿਹੜਾ ਸਰਕਾਰ ਹੈ ਇਹ ਰਾਜ ਦਾ ਇੱਕ ਹਿੱਸਾ ਹੈ। ਹੁਣ 4 ਜ਼ਰੂਰੀ ਤੱਤਾਂ ਵਿੱਚੋਂ ਸਰਕਾਰ ਵੀ ਇੱਕ ਤੱਤ ਹੈ। ਸੋ ਇਸ ਕਰਕੇ ਰਾਜ ਹੈ ਜਿਹੜਾ, ਸਰਕਾਰ ਜੇ ਸਰਕਾਰ ਨਹੀਂ ਹੋਏਗੀ ਤਾਂ ਰਾਜ ਨਹੀਂ ਹੋ ਸਕਦਾ, ਕਿਉਂਕਿ 4 ਤੱਤ ਨੇ, ਚਾਰੇ ਅਨਿਖੜ ਵਾਂਗ ਨੇ, ਚਾਰਾਂ ਤੋਂ ਬਗੈਰ ਰਾਜ ਨਹੀਂ ਬਣ ਸਕਦਾ। ਸੋ ਇਸ ਕਰਕੇ ਰਾਜ ਜਿਹੜਾ ਵਾ ਉਹ ਇੱਕ ਵਿਸ਼ਾਲ ਕਨਸੈਪਟ ਹੈ ਤੇ ਸਰਕਾਰ ਜਿਹੜਾ ਵਾ ਰਾਜ ਦਾ ਇੱਕ ਜ਼ਰੂਰੀ ਤੱਤਾਂ ਵਿੱਚੋਂ ਇੱਕ ਹੈ। ਦੂਜੀ ਗੱਲ ਆ ਗਈ ਰਾਜ ਕੋਲ ਪ੍ਰਭੂ ਸੱਤਾ ਹੁੰਦੀ ਹੈ ਪਰ ਸਰਕਾਰ ਕੋਲ ਨਹੀਂ। ਫਿਰ ਇਹੀ ਗੱਲ, ਰਾਜ ਕੋਲ 4 ਤੱਤ ਨੇ ਜਿਨ੍ਹਾਂ ਚੋਂ ਇੱਕ ਬਹੁਤ ਮਹੱਤਵਪੂਰਨ ਤੱਤ ਪ੍ਰਭੂ ਸੱਤਾ ਹੈ। ਪ੍ਰਭੂ ਸੱਤਾ ਕੇਵਲ ਸਰਕਾਰ ਕੋਲ ਰਾਜ ਕੋਲ ਹੁੰਦੀ ਹੈ, ਸਰਕਾਰ ਕੋਲ ਨਹੀਂ, ਕਿਉਂਕਿ ਸਰਕਾਰਾਂ ਬਦਲਦੀਆਂ ਰਹਿੰਦੀਆਂ ਨੇ ਪਰ ਰਾਜ ਜਿਹੜਾ ਉਹ ਇੱਕ ਹੀ ਰਹਿੰਦਾ ਹੈ। ਜਿਵੇਂ ਭਾਰਤ ਦੀ ਸਰਕਾਰ ਹੈ, ਸਰਕਾਰ ਇਸ ਵੇਲੇ ਭਾਰਤ ਵਿੱਚ ਬੀਜੇਪੀ ਦੀ ਸਰਕਾਰ ਹੈ, ਆਦਰਨੀय ਨਰਿੰਦਰ ਮੋਦੀ ਜੀ ਪ੍ਰਧਾਨ ਮੰਤਰੀ ਨੇ, ਪਰ ਕਦੇ ਸਮਾਂ ਸੀ ਪੰਡਿਤ ਜਵਾਹਰ ਲਾਲ ਨਹਿਰੂ ਪ੍ਰਧਾਨ ਮੰਤਰੀ ਸੀ, ਇੰਦਰਾ ਗਾਂਧੀ ਪ੍ਰਧਾਨ ਮੰਤਰੀ ਸਨ, ਰਾਜੀਵ ਗਾਂਧੀ ਜੀ ਪ੍ਰਧਾਨ ਮੰਤਰੀ ਸਨ। ਸੋ
ਅਲੱਗ-ਅਲੱਗ ਸਮੇਂ ਤੇ ਸਰਕਾਰਾਂ ਬਦਲਦੀਆਂ ਰਹੀਆਂ ਪਰ ਰਾਜ ਨਹੀਂ ਬਦਲਿਆ। ਰਾਜ ਭਾਰਤ ਹੈ ਤੇ ਉਹ ਰਾਜ ਰਹਿਣਾ ਹੈ। ਸੋ ਇਸ ਕਰਕੇ ਰਾਜ ਕੋਲ ਕਿਉਂਕਿ ਪ੍ਰਭੂ ਸੱਤਾ ਹੈ, ਭਾਵ ਸਰਵਉੱਚ ਸ਼ਕਤੀ ਜਿਹੜੀ ਹੈ ਉਹ ਰਾਜ ਕੋਲ ਹੈ। ਸਰਕਾਰ ਕੋਲ ਅਜਿਹੀ ਕੋਈ ਸਰਵਉੱਚ ਸ਼ਕਤੀ ਨਹੀਂ ਹੁੰਦੀ, ਸਿਰਫ ਉਹ ਸਮੇਂ ਅਨੁਸਾਰ ਜਿਹੜੇ ਕਾਨੂੰਨਾਂ ਅਨੁਸਾਰ ਉਹ ਆਪਣਾ ਕੰਮ ਚਲਾਉਂਦੀ ਹੈ ਸਰਕਾਰ। ਅਦਰਵਾਈਜ਼ ਸਰਕਾਰ ਜਿਹੜੀ ਹੈ ਰਾਜ ਤੋਂ ਵੱਡੀ ਨਹੀਂ ਹੁੰਦੀ। ਰਾਜ ਬਹੁਤ ਵਿਸ਼ਾਲ ਧਾਰਨਾ ਹੈ, ਉਹਦੇ ਕੋਲ ਪ੍ਰਭੂ ਸੱਤਾ ਹੈ, ਸਰਵ ਸ਼ਕਤੀਮਾਨ ਹੁੰਦਾ ਰਾਜ, ਠੀਕ ਹੈ। ਉਹਦੇ ਰਾਜ ਦੇ ਵਿੱਚ ਕਈ ਤਰ੍ਹਾਂ ਦੀਆਂ ਸਰਕਾਰਾਂ ਆ ਕੇ ਚਲ ਜਾਂਦੀਆਂ ਪਰ ਰਾਜ ਉਸੇ ਤਰ੍ਹਾਂ ਰਹਿੰਦਾ ਵਾ। ਕਿਹਦੇ ਗੁਣ ਕਰਕੇ? ਪ੍ਰਭੂ ਸੱਤਾ ਦੇ ਗੁਣ ਕਰਕੇ। ਸੋ ਰਾਜ ਕੋਲ ਪ੍ਰਭੂ ਸੱਤਾ ਹੁੰਦੀ ਹੈ ਪਰ ਸਰਕਾਰ ਕੋਲ ਕੋਈ ਪ੍ਰਭੂ ਸੱਤਾ ਨਹੀਂ ਹੁੰਦੀ। ਉਹਦੇ ਕੋਲ ਸਿਰਫ ਇਲੈਕਸ਼ਨ ਦੇ ਵੇਲੇ ਜਿੱਤ ਪ੍ਰਾਪਤ ਕੀਤੀ ਤੇ ਜਿਹੜੀ ਉਹਨੂੰ ਕੁਝ ਸਮੇਂ ਲਈ ਰਾਜ ਕਰਨ ਦੀ ਆਗਿਆ ਦਿੰਦੀ ਹੈ। ਉਸ ਤੋਂ ਬਾਅਦ ਨਿਸ਼ਚਿਤ ਇਲਾਕਾ ਸਰਕਾਰ ਲਈ ਜ਼ਰੂਰੀ ਹੈ, ਰਾਜ ਲਈ ਨਹੀਂ। ਰਾਜ ਦੇ 4 ਜ਼ਰੂਰੀ ਤੱਤ ਨੇ ਜਿਹੜੇ, ਉਹਨਾਂ ਵਿੱਚੋਂ ਇੱਕ ਜ਼ਰੂਰੀ ਤੱਤ ਹੈਗਾ ਨਿਸ਼ਚਿਤ ਇਲਾਕਾ। ਸੋ ਨਿਸ਼ਚਿਤ ਇਲਾਕਾ ਨਾ ਜਿਹੜਾ ਇਹ ਜ਼ਰੂਰੀ ਹੈਗਾ ਵਾ ਰਾਜ ਲਈ, ਸਰਕਾਰ ਲਈ ਨਹੀਂ। ਸੋ ਇਹਦਾ ਅਰਥ ਇਹ ਹੈ ਕਿ ਨਿਸ਼ਚਿਤ ਇਲਾਕਾ ਹੋਏਗਾ ਤੇ ਤਾਂ ਹੀ ਰਾਜ ਕਾਇਮ ਹੋ ਸਕਦਾ। ਸੋ ਇਹ ਸਰਕਾਰ ਲਈ ਕੋਈ ਨਿਸ਼ਚਿਤ ਇਲਾਕਾ ਜ਼ਰੂਰੀ ਨਹੀਂ, ਭਾਵ ਇਹ ਹੈ ਕਿ ਸਰਕਾਰ ਇਲਾਕੇ ਤੋਂ ਬਗੈਰ ਵੀ ਸਰਕਾਰ ਕਾਇਮ ਹੋ ਸਕਦੀ ਹੈ। ਜਿਵੇਂ ਦਲਾਈ ਲਾਮਾ ਤਿੱਬਤ ਦਾ ਮੁਖੀ ਹੈ ਤੇ ਉਹ ਭਾਰਤ ਦੇ ਧਰਮਸ਼ਾਲਾ 'ਚ ਬੈਠਾ ਹੋਇਆ ਤੇ ਇੱਥੇ ਆਪਣੇ ਆਪ ਨੂੰ ਉਹਨੇ ਸਰਕਾਰ ਬਣਾ ਕੇ ਰੱਖੀ ਹੋਈ ਹੈ। 1971 ਤੋਂ ਪਹਿਲਾਂ ਬੰਗਲਾਦੇਸ਼ ਦਾ ਜਿਹੜਾ ਰਾਜ ਸੀਗਾ ਸਰਕਾਰ ਉਹਦੀ ਹੈਗੀ ਸੀ ਪਰ ਇਲਾਕਾ ਕੋਈ ਨਹੀਂ ਸੀ। ਸੋ ਇਸ ਕਰਕੇ ਇਲਾਕੇ ਤੋਂ ਬਗੈਰ, ਨਿਸ਼ਚਿਤ ਇਲਾਕੇ ਤੋਂ ਬਗੈਰ ਵੀ ਸਰਕਾਰ ਸੰਭਵ ਹੈ। ਪਰ ਰਾਜ ਜਿਹੜਾ ਵਾ ਨਿਸ਼ਚਿਤ ਇਲਾਕਾ ਰਾਜ ਲਈ ਜ਼ਰੂਰੀ ਹੈ। ਰਾਜ ਤਾਂ ਹੀ ਬਣ ਸਕੇਗਾ ਜੇਕਰ ਕੁਝ ਤੁਰਦੇ ਫਿਰਦੇ ਲੋਕ ਕਿਸੇ ਇੱਕ ਇਲਾਕੇ 'ਚ ਆ ਕੇ ਵਸਣ ਲੱਗ ਪੈਣ, ਉੱਥੇ ਜਨਸੰਖਿਆ ਹੋਵੇ, ਨਿਸ਼ਚਿਤ ਇਲਾਕਾ ਹੋਵੇ, ਉਹਨਾਂ ਕੋਲ ਉਹਨਾਂ ਦੀ ਆਪਣੀ ਸਰਕਾਰ ਹੋਵੇ ਤੇ ਉਹ ਅੰਦਰੂਨੀ ਤੇ ਬਾਹਰੀ ਤੌਰ ਤੇ ਸੁਤੰਤਰ ਹੋਣ ਤੇ ਪ੍ਰਭੂ ਸੱਤਾ ਸੰਪੰਨ ਹੋਣ। ਇਸ ਕਰਕੇ ਨਿਸ਼ਚਿਤ ਇਲਾਕਾ ਰਾਜ ਲਈ ਹੋਣਾ ਜ਼ਰੂਰੀ ਹੈ। ਸਰਕਾਰ ਇਲਾਕੇ ਤੋਂ ਬਗੈਰ ਵੀ ਚਲਾਈ ਜਾ ਸਕਦੀ ਹੈ। ਨੈਕਸਟ ਪੁਆਇੰਟ ਹੈਗਾ ਰਾਜ ਸਥਾਈ ਹੈ ਤੇ ਸਰਕਾਰ ਜਿਹੜੀ ਹੈ ਅਸਥਾਈ ਹੈ। ਜਿਵੇਂ ਆਪਾਂ ਪਹਿਲਾਂ ਦੱਸ ਕੇ ਹਟੇ ਆ, ਰਾਜ ਪਰਮਾਨੈਂਟ ਹੈ ਤੇ ਪੱਕਾ ਰਹਿੰਦਾ ਹੈ। ਉਹ ਤੱਕ ਰਹਿੰਦਾ ਵਾ ਜਦੋਂ ਤੱਕ ਕੋਈ ਹੋਰ ਰਾਜ ਉਸਨੂੰ ਕਬਜ਼ਾ ਨਾ ਕਰ ਲਏ ਜਾਂ ਕਿਸੇ ਕਾਰਨ ਰਾਜ ਖਤਮ ਨਾ ਹੋ ਜਾਏ। ਸੋ ਰਾਜ ਸਥਾਈ ਹੈ ਪਰ ਸਰਕਾਰਾਂ ਅਸਥਾਈ ਹੈ। ਭਾਰਤ ਦੇ 70 ਸਾਲਾਂ 75 ਸਾਲਾਂ ਦੇ ਰਾਜ ਦੇ ਵਿੱਚ ਕਿੰਨੀਆਂ ਸਰਕਾਰਾਂ ਆਈਆਂ ਤੇ ਗਈਆਂ। ਸੋ ਕਿਉਂਕਿ ਸਰਕਾਰਾਂ ਅਸਥਾਈ ਨੇ, ਇੱਕ ਵਾਰ ਇੱਕ ਸਰਕਾਰ 5 ਸਾਲ ਹੀ ਚੁਣੀ ਜਾਂਦੀ ਹੈ, ਫਿਰ ਇਲੈਕਸ਼ਨ ਹੁੰਦੀ ਹੈ, ਪਤਾ ਨਹੀਂ ਦੁਬਾਰਾ ਉਹ ਸਰਕਾਰ ਬਣ ਪਾਉਂਦੀ ਹੈ ਜਾਂ ਨਹੀਂ ਬਣ ਪਾਉਂਦੀ। ਪਰ ਜਿਹੜਾ ਰਾਜ ਹੈ, ਰਾਜ ਜਦੋਂ ਬਣ ਪੈਂਦਾ ਤੇ ਉਹਦਾ ਖਤਮ ਹੋਣਾ ਇੰਨਾ ਆਸਾਨ ਨਹੀਂ। ਰਾਜ ਤਾਂ ਹੀ ਖਤਮ ਹੋ ਸਕਦਾ ਕੋਈ ਦੂਜਾ ਰਾਜ ਉਸ ਤੇ ਕਬਜ਼ਾ ਕਰ ਲਏ ਤਾਂ ਖਤਮ ਹੋ ਸਕਦਾ, ਜਾਂ ਇਲਾਕਾ ਉਹਦਾ ਖਤਮ ਹੋ ਜਾਏ ਸਾਰਾ, ਜਾਂ ਸਰਕਾਰ ਖਤਮ ਹੋ ਜਾਏ ਤਾਂ ਵੀ ਸਰਕਾਰ ਕੋਈ ਨਾ ਕੋਈ ਚੱਲਦੀ ਰਹਿੰਦੀ ਹੈ। ਸੋ ਇਸ ਕਰਕੇ ਰਾਜ ਇੱਕ ਸਥਾਈ ਸੰਸਥਾ ਹੈ ਪਰ ਸਰਕਾਰ ਸਥਾਈ ਸੰਸਥਾ ਨਹੀਂ ਹੈ, ਅਸਥਾਈ ਹੈ। ਸੋ ਇਸ ਕਰਕੇ ਸਰਕਾਰ ਥੋੜੇ ਸਮੇਂ ਲਈ ਹੁੰਦੀ ਹੈ ਪਰ ਰਾਜ ਜਿਹੜੀ ਹੈ ਉਹ ਚਿਰ ਸਥਾਈ ਹੁੰਦੀ ਹੈ। ਸਰਕਾਰ ਵੱਧ ਤੋਂ ਵੱਧ ਭਾਰਤ ਵਿੱਚ ਹੀ 5 ਸਾਲ ਹੁੰਦੀ ਹੈ, ਅਮਰੀਕਾ ਦੇ ਵਿੱਚ 4 ਸਾਲ ਹੀ ਰਾਸ਼ਟਰਪਤੀ ਜਿਹੜਾ ਹੁੰਦਾ ਉਹ 4 ਸਾਲ ਸਰਕਾਰ ਹੈ। ਜਿਵੇਂ ਟਰੰਪ ਸਾਹਿਬ ਦੀ 4 ਸਾਲ ਸਰਕਾਰ ਦੁਬਾਰਾ ਚੁਣਿਆ ਜਾ ਸਕਦਾ ਪਰ ਫਿਲਹਾਲ 4 ਸਾਲ। ਸੋ ਇਸ ਤਰ੍ਹਾਂ ਦੀ ਕੋਈ ਜਿਹੜੀ ਟਾਈਮ ਲਿਮਿਟ ਹੈ ਕਾਰਜਕਾਲ ਦੀ ਉਹ ਰਾਜ ਤੇ ਲਾਗੂ ਨਹੀਂ ਹੈ। ਨੈਕਸਟ ਹੈਗਾ ਵਿਅਕਤੀਆਂ ਲਈ ਰਾਜ ਦੀ ਮੈਮਰੀ ਜ਼ਰੂਰੀ ਹੈ ਪਰ ਸਰਕਾਰ ਦੀ ਇੱਛੁਕ। ਹਰ ਵਿਅਕਤੀ ਜਿਹੜਾ ਵੀ ਕਿਸੇ ਦੇਸ਼ ਵਿੱਚ ਰਹਿੰਦਾ ਵਾ ਉਹਨੂੰ ਕਿਸੇ ਨਾ ਕਿਸੇ ਰਾਜ ਦਾ ਮੈਂਬਰ ਹੋਣਾ ਜ਼ਰੂਰੀ ਹੈ। ਲਾਜ਼ਮੀ ਹੈ ਵੀ ਉਹ ਕਿਸੇ ਨਾ ਕਿਸੇ ਦੇਸ਼ ਦਾ ਨਾਗਰਿਕ ਹੋਵੇ। ਜਿਵੇਂ ਭਾਰਤ ਵਿੱਚ ਜੰਮੇ ਪਲੇ ਸਾਰੇ ਨਾਗਰਿਕ ਜਿਹੜੇ ਨੇ ਉਹ ਭਾਰਤ ਦੇ ਨਾਗਰਿਕ ਨੇ, ਪਰ ਕੋਈ ਵਿਦੇਸ਼ੀ ਆ ਕੇ ਇੱਥੇ ਰਹਿ ਲੇ ਪਰ ਉਹਨੂੰ ਨਾਗਰਿਕਤਾ ਪ੍ਰਾਪਤ ਜਦੋਂ ਤੱਕ ਨਹੀਂ ਹੋ ਤੱਕ ਉਹ ਆਪਣੇ ਦੇਸ਼ ਦਾ ਨਾਗਰਿਕ ਰਹੇਗਾ। ਸੋ ਇਸ ਕਰਕੇ ਹਰੇਕ ਵਿਅਕਤੀ ਲਈ ਕਿਸੇ ਨਾ ਕਿਸੇ ਦੇਸ਼ ਦਾ ਨਾਗਰਿਕ ਹੋਣਾ ਜ਼ਰੂਰੀ ਹੈ। ਦੂਜੀ ਗੱਲ, ਸਰਕਾਰ ਦਾ ਜਿਹੜਾ ਮੈਂਬਰ ਹੈ ਉਹ ਹੋਣਾ ਜ਼ਰੂਰੀ ਨਹੀਂ ਹੈ। ਰਾਜ ਦਾ ਮੈਂਬਰ ਹਰੇਕ ਨੂੰ ਬਣਨਾ ਪਏਗਾ, ਭਾਵੇਂ ਉਹ ਜਿਸ ਦੇਸ਼ 'ਚ ਰਹਿ ਰਿਹਾ ਉਸ ਦੇਸ਼ ਦਾ, ਜਾਂ ਜਿਸ ਦੇਸ਼ 'ਚੋਂ ਆਇਆ ਉਸ ਦੇਸ਼ ਦਾ ਨਾਗਰਿਕ, ਉਸ ਦੇਸ਼ ਦਾ ਮੈਂਬਰ। ਪਰ ਸਰਕਾਰ ਦਾ ਮੈਂਬਰ ਹੋਣਾ ਜ਼ਰੂਰੀ ਨਹੀਂ। ਸਰਕਾਰ ਦਾ ਮੈਂਬਰ ਹੋਣ ਦਾ ਅਰਥ 2 ਅਰਥ ਨੇ ਸਧਾਰਨ ਜੇ। ਇੱਕ, ਤੁਸੀਂ ਕੋਈ ਨੇਤਾ ਬਣ ਜਾਓ, ਮੰਤਰੀ ਬਣ ਜਾਓ, ਕੋਈ ਸਰਕਾਰੀ ਅਹੁਦਾ ਪ੍ਰਾਪਤ ਕਰ ਲਓ, ਜਾਂ ਸਰਕਾਰੀ ਮੁਲਾਜ਼ਮ ਬਣ ਜਾਓ। ਠੀਕ ਹੈ, ਸਰਕਾਰੀ ਮੁਲਾਜ਼ਮ ਬਣਨਾ ਜਾਂ ਨਾ ਬਣਨਾ ਹਰ ਵਿਅਕਤੀ ਇੱਛਾ ਤੇ ਨਿਰਭਰ ਹੈ ਵੀ ਉਹ ਸਰਕਾਰੀ ਨੌਕਰੀ ਕਰਨਾ ਚਾਹੁੰਦਾ ਜਾਂ ਪ੍ਰਾਈਵੇਟ ਕੰਮ ਕਰਨਾ ਚਾਹੁੰਦਾ। ਸੋ ਜਦੋਂ ਉਹ ਸਰਕਾਰੀ ਮੁਲਾਜ਼ਮ ਬਣ ਜਾਂਦਾ ਫਿਰ ਉਹ ਸਰਕਾਰ ਦਾ ਪਾਰਟ ਹੋ ਜਾਂਦਾ, ਜਾਂ ਕੋਈ ਮੰਤਰੀ ਅਹੁਦਾ ਪ੍ਰਾਪਤ ਕਰ ਲੈਂਦਾ ਤੇ ਉਹ ਸਰਕਾਰ ਦਾ ਪਾਰਟ ਬਣ ਜਾਂਦਾ। ਉਹ ਆਪਣੇ ਆਪ ਨੂੰ ਕਹਿੰਦਾ ਵੀ ਅਸੀਂ ਸਰਕਾਰ ਹਾਂ। ਸੋ ਇਸ ਕਰਕੇ
ਸਰਕਾਰ ਦਾ ਮੈਂਬਰ ਬਣਨਾ ਤੁਹਾਡੀ ਇੱਛਾ ਤੇ ਨਿਰਭਰ ਹੈ, ਰਾਜ ਦਾ ਮੈਂਬਰ ਬਣਨਾ ਤੁਹਾਡੀ ਇੱਛਾ ਤੇ ਨਿਰਭਰ ਨਹੀਂ ਹੈ, ਕੰਪਲਸ਼ਨ ਹੈ, ਜ਼ਰੂਰੀ ਹੈ, ਬਣਨਾ ਪਏਗਾ। ਨੈਕਸਟ ਹੈਗਾ ਸਾਰੇ ਰਾਜ ਇੱਕ ਸਮਾਨ ਹਨ ਪਰ ਸਰਕਾਰਾਂ ਵੱਖ-ਵੱਖ। ਸਾਰੇ ਸੰਸਾਰ ਦੇ ਜਿੰਨੇ ਵੀ ਰਾਜ ਨੇ ਇੱਕੋ ਜਿਹੇ ਨੇ। ਇੱਕੋ ਜਿਹੇ ਅਰਥ ਜਿਸ ਰਾਜ ਵਿੱਚ ਚਾਰ ਚੀਜ਼ਾਂ ਮੌਜੂਦ ਨੇ, ਜਨਸੰਖਿਆ, ਨਿਸ਼ਚਿਤ ਇਲਾਕਾ, ਸਰਕਾਰ ਤੇ ਪ੍ਰਭੂ ਸੱਤਾ, ਉਹ ਰਾਜ ਹੈ। ਜਿੱਥੇ ਇਹ ਚਾਰ ਚੀਜ਼ਾਂ ਮੌਜੂਦ ਨੇ, ਪ੍ਰਭੂ ਸੱਤਾ ਵੀ ਮੌਜੂਦ ਹੈ, ਉਹ ਰਾਜ ਹੈ। ਪਰ ਜਿੱਥੇ ਇਹ ਚਾਰ ਚੀਜ਼ਾਂ ਮੌਜੂਦ ਨਹੀਂ, ਉਹ ਆਪਣੇ ਆਪ ਨੂੰ ਰਾਜ ਨਹੀਂ ਅਖਵਾ ਸਕਦਾ। ਜਿਵੇਂ ਸੰਯੁਕਤ ਰਾਸ਼ਟਰ ਸੰਘ ਆਪਣੇ ਆਪ ਨੂੰ ਰਾਜ ਨਹੀਂ ਅਖਵਾ ਸਕਦਾ, ਕਿਉਂਕਿ ਉਹਦੇ ਕੋਲ ਨਾ ਤੇ ਨਿਸ਼ਚਿਤ ਇਲਾਕਾ ਹੈ, ਨਾ ਹੀ ਪ੍ਰਭੂ ਸੱਤਾ ਹੈ। ਠੀਕ ਹੈ, ਸੋ ਇਸ ਕਰਕੇ ਸਾਰੇ ਰਾਜ ਜਿਹੜੇ ਨੇ ਇੱਕੋ ਜਿਹੇ ਹੁੰਦੇ ਨੇ, ਉਹਨਾਂ ਕੋਲ ਚਾਰ ਤੱਤ ਹੁੰਦੇ ਨੇ। ਪਰ ਜਿਹੜੀਆਂ ਸਰਕਾਰਾਂ ਹੁੰਦੀਆਂ, ਸਰਕਾਰ ਜਿਹੜੀ ਆ ਵੱਖ-ਵੱਖ ਹੁੰਦੀ ਹੈ। ਕਿਤੇ ਲੋਕਤੰਤਰੀ ਸਰਕਾਰ ਹੈ, ਕਿਤੇ ਤਾਨਾਸ਼ਾਹੀ ਸਰਕਾਰ ਹੈ, ਕਿਤੇ ਪ੍ਰਧਾਨਗੀ ਸ਼ਾਸਨ ਪ੍ਰਣਾਲੀ ਹੈ, ਕਿਤੇ ਸੰਸਦੀ ਸ਼ਾਸਨ ਪ੍ਰਣਾਲੀ ਹੈ, ਕਿਤੇ ਇਕਾਤਮਕ ਸਰਕਾਰ ਹੈ, ਕਿਤੇ ਸੰਘਾਤਮਕ ਸਰਕਾਰ ਹੈ। ਪਲੱਸ 1 ਦੇ ਸਾਰੇ ਸਿਲੇਬਸ 'ਚ ਇਹ ਚੀਜ਼ਾਂ ਹੈਗੀਆਂ ਨੇ, ਤੁਸੀਂ ਸਾਰੇ ਪੜ੍ਹੋਗੇ। ਸੋ ਕਹਿਣ ਦਾ ਅਰਥ ਇਹ ਹੈ ਵੀ ਰਾਜ ਸਾਰੇ ਦੇਸ਼ਾਂ, ਸਾਰੇ ਸੰਸਾਰ 'ਚ ਰਾਜ ਇੱਕ ਸਮਾਨ ਹੀ ਹੁੰਦੇ ਨੇ। ਚਾਰ ਤੱਤ ਮਿਲਣ ਤੇ ਉਹ ਰਾਜ ਬਣ ਜਾਂਦਾ। ਪਰ ਸਰਕਾਰਾਂ, ਸਾਰਿਆਂ ਦੇਸ਼ਾਂ ਦੀਆਂ ਸਰਕਾਰਾਂ ਵੱਖ-ਵੱਖ ਤਰ੍ਹਾਂ ਦੀਆਂ ਹੁੰਦੀਆਂ। ਰਾਜ ਤੇ ਸਰਕਾਰ ਦੇ ਅੰਤਰ ਦੀ ਆਪਾਂ ਗੱਲ ਕਰ ਰਹੇ ਹਾਂ। ਪਲੱਸ 1 ਪੋਲੀਟੀਕਲ ਸਾਇੰਸ ਦਾ ਟੌਪਿਕ ਹੈ। ਅਗਲਾ ਜਿਹੜਾ ਹੈਡਿੰਗ ਉਹ ਹੈ ਲੋਕ ਸਰਕਾਰ ਦਾ ਵਿਰੋਧ ਕਰ ਸਕਦੇ ਹਨ, ਰਾਜ ਦਾ ਨਹੀਂ। ਲੋਕੀ ਜਦੋਂ ਸੜਕਾਂ ਤੇ ਹੜਤਾਲ ਕਰਦੇ ਨੇ, ਦੰਗੇ ਫਸਾਦ ਕਰਦੇ ਨੇ, ਤੇ ਉਹ ਜਿੰਦਾਬਾਦ ਮੁਰਦਾਬਾਦ ਸਮੇਂ ਦੀ ਸਰਕਾਰ ਦਾ ਕਰਦੇ ਆ। ਉਹ ਸਰਕਾਰ ਦਾ ਵਿਰੋਧ ਕਰ ਰਹੇ ਹੁੰਦੇ ਨੇ, ਨਾ ਕਿ ਰਾਜ ਦਾ। ਸੋ ਇਸ ਕਰਕੇ ਜਦੋਂ ਵੀ ਕਦੇ ਲੋਕ ਵਿਰੋਧ ਕਰਦੇ ਨੇ ਤੇ ਉਹ ਸਰਕਾਰ ਦਾ ਵਿਰੋਧ ਕਰਦੇ ਨੇ, ਰਾਜ ਦਾ ਕਦੇ ਕੋਈ ਵਿਰੋਧ ਨਹੀਂ ਕਰ ਸਕਦਾ। ਰਾਜ ਦਾ ਜਿਹੜਾ ਵਿਰੋਧ ਹੈ ਉਹ ਦੂਜੇ ਰਾਜ ਕਰਦੇ ਨੇ। ਦੂਜੇ ਰਾਜ ਜਿਹੜੇ ਨੇ ਹਮਲਾ ਕਰ ਦੇਣਗੇ, ਕਬਜ਼ਾ ਕਰਨ ਦੀ ਕੋਸ਼ਿਸ਼ ਕਰਨਗੇ। ਪਰ ਦੇਸ਼ ਦੇ ਅੰਦਰ ਵਸਦੇ ਲੋਕ ਜਿਹੜੇ ਨੇ ਉਹ ਸਰਕਾਰਾਂ ਦਾ ਵਿਰੋਧ ਕਰਦੇ ਨੇ, ਤੇ ਉਹਨਾਂ ਦੇ ਭੰਨ ਤੋੜ ਕਰਨ ਦਾ ਨਿਸ਼ਾਨਾ ਸਿਰਫ ਸਰਕਾਰ ਹੁੰਦਾ ਵਾ। ਸਰਕਾਰ ਦਾ ਵਿਰੋਧ ਲੋਕ ਕਰਦੇ ਨੇ, ਨਾ ਕਿ ਰਾਜ ਦਾ। ਰਾਜ ਦਾ ਵਿਰੋਧ ਕਰਨਾ ਆਤਮ ਵਿਰੋਧ, ਆਪਣੇ ਆਪ ਦਾ ਵਿਰੋਧ ਕਰਨ ਦੇ ਬਰਾਬਰ ਹੈ, ਕਿਉਂਕਿ ਸਵੈ ਨਾਸ਼ ਥੋੜੀ ਕਰਨਾ। ਸੋ ਇਸ ਕਰਕੇ ਲੋਕ ਸਰਕਾਰ ਦਾ ਵਿਰੋਧ ਤਾਂ ਕਰ ਸਕਦੇ ਨੇ, ਪਰ ਰਾਜ ਦਾ ਵਿਰੋਧ ਕੋਈ ਨਹੀਂ ਕਰ ਸਕਦਾ। ਉਸ ਤੋਂ ਇਲਾਵਾ ਰਾਜ ਮਾਲਕ ਹੈ ਤੇ ਸਰਕਾਰ ਨੌਕਰ। ਭਾਵ ਇਹ ਹੈ ਵੀ ਰਾਜ ਜਿਹੜਾ ਰਾਜ ਦੇ ਅਧੀਨ ਹੈ, ਸਰਕਾਰ ਵੀ। ਜਿਹੜਾ ਕਿਸੇ ਵੀ ਦੇਸ਼ ਦਾ ਸਰਵਉੱਚ ਪ੍ਰਬੰਧ ਹੈ, ਸਰਵਉੱਚ ਸ਼ਕਤੀ ਕਿਹਦੇ ਕੋਲ ਹੈ? ਰਾਜ ਕੋਲ, ਨਾ ਕਿ ਸਰਕਾਰ ਕੋਲ। ਇਸ ਕਰਕੇ ਰਾਜ ਮਾਲਕ ਹੈ ਤੇ ਸਰਕਾਰ ਜਿਹੜੀ ਹੈ ਨੌਕਰ ਹੈ। ਉਹਨੇ ਰਾਜ ਦੀ ਇੱਛਾ ਅਨੁਸਾਰ ਕੰਮ ਕਰਨਾ। ਹੁਣ ਰਾਜ ਦੀ ਇੱਛਾ ਕੀ ਹੈ? ਦੇਸ਼ ਦਾ ਸਰਵਉੱਚ ਕਾਨੂੰਨ ਸੰਵਿਧਾਨ ਹੁੰਦਾ, ਜੋ ਸੰਵਿਧਾਨ ਅਨੁਸਾਰ ਜਿਹੜੀਆਂ ਸਰਕਾਰਾਂ ਹੈ ਨਾ, ਸਮੇਂ ਅਨੁਸਾਰ ਉਹਨਾਂ ਨੇ ਸੰਵਿਧਾਨ ਅਨੁਸਾਰ ਚੱਲਦੇ ਰਹਿਣਾ। ਸੋ ਇਸ ਕਰਕੇ ਰਾਜ ਦੀ ਜੇ ਇੱਛਾ ਦਾ ਪ੍ਰਗਟਾਅ ਹੁੰਦਾ, ਉਹ ਇੱਛਾ ਦੀ ਪ੍ਰਗਟ ਹੁੰਦੀ ਹੈ ਸੰਵਿਧਾਨ ਰਾਹੀਂ, ਤੇ ਸੰਵਿਧਾਨ ਦੀ ਪਾਲਣਾ ਕਰਨੀ ਹੁੰਦੀ ਸਰਕਾਰਾਂ ਨੇ। ਸੋ ਇਸ ਕਰਕੇ ਰਾਜ ਮਾਲਕ ਹੈ ਤੇ ਸਰਕਾਰ ਉਹਦੇ ਕਾਨੂੰਨਾਂ ਨੂੰ, ਉਹਦੇ ਇੱਛਾ ਅਨੁਸਾਰ ਚੱਲਣ ਵਾਲਾ ਸਰਕਾਰ ਜਿਹੜੀ ਇੱਕ ਨੌਕਰ ਹੈ। ਐਂਡ ਲਾਸਟਲੀ ਸਰਕਾਰ ਰੂਪ ਵਿੱਚ ਹੈ ਤੇ ਰਾਜ ਨਿਰਾਕਾਰ ਹੈ। ਭਾਵ ਸਰਕਾਰ ਦੇ ਮੁਲਾਜ਼ਮ ਨੇ, ਮੰਤਰੀ ਨੇ, ਅਹੁਦੇਦਾਰ ਨੇ, ਜਿਨ੍ਹਾਂ ਨੂੰ ਵੇਖਿਆ ਜਾ ਸਕਦਾ, ਮਿਲਿਆ ਜਾ ਸਕਦਾ, ਸੰਸਥਾਵਾਂ ਨੇ। ਪਰ ਰਾਜ ਜਿਹੜਾ ਵਾ ਉਹ ਪੂਰੇ ਦੇ ਪੂਰੇ ਦੇਸ਼ ਨੂੰ ਰਾਜ ਕਿਹਾ ਜਾਂਦਾ, ਜਿਹੜੀ ਨਿਰਾਕਾਰ ਆ। ਭਾਵੇਂ ਮੈਪ ਰਾਹੀਂ ਜਾਂ ਉੱਪਰੋਂ ਤੁਸੀਂ ਦੇਖ ਸਕਦੇ ਹੋ ਵੀ ਉਹ ਬਾਉਂਡਰੀਜ਼ ਦੇਸ਼ ਦੀਆਂ ਦੇਖ ਸਕਦੇ ਹੋ। ਠੀਕ ਹੈ, ਕਿਉਂਕਿ ਅੱਜ ਕੱਲ੍ਹ ਬਾਉਂਡਰੀ ਜਿਹੜੀਆਂ ਨੇ ਉਹ ਮਿਣੀਆਂ ਜਾ ਸਕਦੀਆਂ, ਮਾਪੀਆਂ ਜਾ ਸਕਦੀਆਂ ਨੇ, ਦੇਖਿਆ ਜਾ ਸਕਦਾ। ਪਰ ਫਿਰ ਵੀ ਇਹਦਾ ਰੂਪ ਹੈ ਜਿਹੜਾ ਰਾਜ ਦਾ, ਉਹ ਨਿਰਾਕਾਰ ਹੈ ਤੇ ਸਰਕਾਰ ਜਿਹੜੀ ਹੈ, ਸਰਕਾਰ ਨੂੰ ਵੇਖਿਆ ਜਾ ਸਕਦਾ। ਸੋ ਪਿਆਰੇ ਵਿਦਿਆਰਥੀਓ, ਮੈਂ ਪੂਰੀ ਕੋਸ਼ਿਸ਼ ਕੀਤੀ ਹੈ ਰਾਜ ਅਤੇ ਸਰਕਾਰ ਦੇ ਅੰਤਰ ਤੁਹਾਨੂੰ ਸਮਝਾਉਣ ਦੀ, ਦੱਸਣ ਦੀ। ਸੋ ਮੈਨੂੰ ਆਸ ਹੈ ਕਿ ਤੁਹਾਨੂੰ ਇਹ ਟੌਪਿਕ ਪੂਰੀ ਤਰ੍ਹਾਂ ਸਮਝ ਲੱਗ ਗਿਆ ਹੋਵੇਗਾ। ਜੇਕਰ ਤੁਹਾਨੂੰ ਇਹ ਵੀਡੀਓ ਅੱਛੀ ਲੱਗੀ ਹੈ, ਲਾਈਕ, ਸ਼ੇਅਰ ਤੇ ਕਮੈਂਟ ਜ਼ਰੂਰ ਕਰੋ। ਮੇਰਾ ਚੈਨਲ ਸਬਸਕ੍ਰਾਈਬ ਕਨਸੈਪਟ ਗੁਰੂ AK ਜ਼ਰੂਰ ਕਰਾਓ ਤੇ ਬੈਲ ਦਾ ਬਟਨ ਜ਼ਰੂਰ ਦਬਾਓ, ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਤੁਹਾਡੇ ਤੱਕ ਆਰਾਮ ਨਾਲ ਪਹੁੰਚ ਸਕਣ। ਸੋ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ। ਥੈਂਕ ਯੂ।